ਅੱਜ ਦਾ ਆਪਣਾ ਟੌਪਿਕ ਹੈਗਾ ਸਲੀਵਸ ਐਂਡ ਕਫ। ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਨੇ ਸਲੀਵਸ ਐਂਡ ਕਫ ਅਲੱਗ-ਅਲੱਗ ਤਰ੍ਹਾਂ ਦੇ ਕੱਪੜਿਆਂ ਤੇ ਲੱਗਦੀਆਂ ਨੇ। ਉਸੇ ਤਰ੍ਹਾਂ ਹੀ ਸਾਡਾ ਇਹ ਅੱਜ ਦਾ ਟੌਪਿਕ ਸਲੀਵ ਔਰ ਕਫ ਚੱਲੇਗਾ, ਕਿਉਂਕਿ ਜਿਸ ਤਰ੍ਹਾਂ ਦੇ ਟਾਈਪਸ ਦੀਆਂ ਸਾਡੀਆਂ ਸਲੀਵ ਡਰੈਸਿਸ ਹੁੰਦੀਆਂ, ਉਸੇ ਟਾਈਪ ਦੇ ਹੀ ਸਾਡੇ ਕੋਲ ਸਲੀਵਸ ਔਰ ਕਫਸ ਲੱਗਦੇ ਨੇ। ਮੈਂ ਤੁਹਾਨੂੰ ਹਮੇਸ਼ਾ, ਪਲੀਜ਼ ਮਿਊਟ ਕਰ ਲਓ ਆਪਣੇ ਆਪ ਨੂੰ ਪਿੱਛੇ ਤੋਂ। ਤੇ ਆਈਟੀਆਈਜ਼ ਦੀ ਤੁਹਾਨੂੰ ਮੈਂ ਹਮੇਸ਼ਾ ਦੱਸਦੀ ਹਾਂ, ਆਈਟੀਆਈ ਦੇ ਕੋਰਸਿਸ ਬਾਰੇ ਜਾਣਕਾਰੀ ਦਿੰਦੀ ਹਾਂ ਤਾਂ ਕਿ ਤੁਸੀਂ ਅੱਗੇ ਆਈਟੀਆਈ ਦੇ ਕੋਰਸਿਸ ਨੂੰ ਸਪਰੈਡ ਕਰ ਸਕੋ, ਕਿਸੇ ਦਾ ਭਲਾ ਹੋ ਜਾਏ। ਅਗਰ ਕਿਸੇ ਦੀ ਤੁਸੀਂ ਜ਼ਿੰਦਗੀ ਸਵਾਰਦੇ ਹੋ ਤਾਂ ਇਸ ਤੋਂ ਵਧੀਆ ਕੋਈ ਪੁੰਨ ਨਹੀਂ ਹੈਗਾ। ਸਲੀਵਸ ਔਰ ਕਫ, ਆਪਣੀਆਂ ਸਲੀਵਸ ਔਰ ਕਫ ਦਾ ਟੌਪਿਕ ਚੱਲ ਰਿਹਾ ਸੀਗਾ ਆਸਤੀਨਾਂ ਦਾ। ਆਸਤੀਨ ਲੇਡੀਜ਼ ਬੱਚਿਆਂ ਦੇ ਵਸਤਰਾਂ ਦੀਆਂ। फैशन अनुसार भावें ही किन्नी ही किस्म दी क्यों ना बनदियां होण, पर आम तौर ते आस्तीनां 9 किस्म ਦੀਆਂ ਹੁੰਦੀਆਂ, जो कि हेठलियां प्लेटां पा के, चौड़ा पा के, लंबाई वड्डी लंबाई वाली छोटी लंबाई करके मौसम अनुसार इच्छा अनुसार बनाईयां जा सकदियां। इन्हां च बदलाव भी किया जा सकता है आस्तीनां च। जे किसी ਨੂੰ ਕੁਝ ਸਮਝ ਨਾ ਆਏ ਉਹ ਲਾਸਟ ਦੇ ਵਿੱਚ ਕੁਐਸਚਨ ਪੁੱਛ ਸਕਦੇ ਹੋ। ਅੱਧੀ ਪਲੀਟ ਵਾਲੀ ਆਸਤੀਨ ਇਹ ਲੇਡੀਜ਼ ਬਲਾਊਜ਼ ਬੱਚਿਆਂ ਦੇ ਕੱਪੜਿਆਂ ਤੇ ਲਗਾਈ ਜਾਂਦੀ ਹੈ। ਇਸ ਦੀ ਲੰਬਾਈ ਕੋਹਣੀ ਤੋਂ ਉੱਪਰ ਤੱਕ ਹੁੰਦੀ ਹੈ। ਇਹ ਬਲਾਊਜ਼ ਤੇ ਪਲੀਟਾਂ ਪਾ ਕੇ ਫਿੱਟ ਕੀਤੀ ਜਾਂਦੀ ਹੈ, ਯਾਨੀ ਕਿ ਇਸ ਦੇ ਸ਼ੋਲਡਰ ਤੇ ਜਿੱਥੇ ਕਰਸਵ ਹੈ, ਇਸ ਦੇ ਸ਼ੋਲਡਰ ਦੇ ਉੱਤੇ ਪਲੀਟਸ ਪਾ ਕੇ ਇਸ ਨੂੰ ਸੈੱਟ ਕੀਤਾ ਜਾਂਦਾ ਹੈ। ਇਹ ਜ਼ਿਆਦਾਤਰ ਬਲਾਊਜ਼ ਦੇ ਵਿੱਚ ਤੇ ਪਹਿਲਾਂ ਲੇਡੀਜ਼ ਸ਼ਰਟਸ ਦੇ ਉੱਤੇ ਵੀ ਬਣਾਈ ਜਾਂਦੀ ਸੀ, ਬੱਚਿਆਂ ਦੇ ਕੱਪੜਿਆਂ ਦੇ ਉੱਤੇ। ਪਫ ਆਸਤੀਨ, ਜਦੋਂ ਜਿਹੜੀ ਪਫ ਆਸਤੀਨ ਹੁੰਦੀ ਹੈ ਬੇਟਾ, ਉਹਦਾ ਦੇਖੋ ਕਰਸਿਵ, ਧਿਆਨ ਨਾਲ ਦੇਖੋ, ਜਿੱਥੇ ਕਰਸਿਵ ਹੈ ਉੱਥੇ ਵੀ ਪਫ ਬਣਦਾ, ਯਾਨੀ ਕਿ ਫੁੱਲਦੀ ਹੈ। ਠੀਕ ਹੈ, ਔਰ ਉਹ ਸ਼ੋਲਡਰ ਦੇ ਉੱਤੇ ਵੀ ਫੁੱਲਦੀ ਹੈ। ਤੁਸੀਂ ਸਾਰਿਆਂ ਨੇ ਸੈਂਪਲ ਵੀ ਬਣਾਇਆ ਹੋਇਆ ਇਸ ਦਾ। ਠੀਕ ਹੈ, ਇਸ ਨੂੰ ਪਫ ਆਸਤੀਨ ਕਹਿੰਦੇ ਹਨ। ਇਹ ਜ਼ਿਆਦਾਤਰ ਬੱਚਿਆਂ ਦੇ ਕੱਪੜੇ ਤੇ ਲਗਾਈ ਜਾਂਦੀ ਹੈ। ਗੁਰਜਿੰਦਰ ਪਲੀਜ਼ ਮਿਊਟ ਕਰੋ, ਤੁਹਾਡੀ ਆਵਾਜ਼ ਆ ਰਹੀ ਹੈ। ਪਲੀਜ਼ ਆਪਣੇ ਆਪ ਨੂੰ ਮਿਊਟ ਕਰੋ, ਪਿੱਛੋਂ ਆਵਾਜ਼ਾਂ ਨਾ ਆਣ ਬਈ। ਇਹ ਜ਼ਿਆਦਾਤਰ ਬੱਚਿਆਂ ਦੇ ਕੱਪੜਿਆਂ ਤੇ ਲਗਾਈ ਜਾਂਦੀ ਹੈ, ਬਲਾਊਜ਼ਾਂ ਦੇ ਉੱਤੇ ਵੀ ਲਗਾਈ ਜਾਂਦੀ ਹੈ। ਇਹ ਅੱਧੀ ਪਲੇਟਾਂ ਵਾਲੀ ਆਸਤੀਨ ਦੀ ਤਰ੍ਹਾਂ ਹੁੰਦੀ ਹੈ। ਫਰਕ ਕੇਵਲ ਇੰਨਾ ਹੈ ਕਿ ਸਾਰੀ ਖੁੱਲੀ ਹੁੰਦੀ ਹੈ, ਮੋਢੇ ਅਤੇ ਬਾਜ਼ੂਆਂ ਤੇ ਚੋਣਾਂ ਪਾਈਆਂ ਹੁੰਦੀਆਂ ਹਨ, ਜਿਵੇਂ ਕਿ ਪਿਕਚਰ 'ਚ ਦਿਖਾਇਆ ਗਿਆ ਹੈ। ਬਾਜ਼ੂ ਤੇ ਚੋਣਾਂ ਪਾ ਕੇ ਟੇਪ ਲਗਾਈ ਜਾਂਦੀ ਹੈ। ਟੇਪ ਯਾਨੀ ਤੁਸੀਂ ਸਾਰਿਆਂ ਨੇ ਇੱਥੇ ਇੱਕ ਟੇਪ ਲਗਾਈ ਸੀ, ਟੇਪ ਲਗਾਈ ਜਾਂਦੀ ਹੈ। ਇਹ ਕਾਫੀ ਫੁੱਲੀ ਫੁੱਲੀ ਰਹਿੰਦੀ ਹੈ। ਇਸ ਦੀ ਲੰਬਾਈ ਵੀ ਕੋਹਣੀ ਤੋਂ ਉੱਪਰ ਤੱਕ ਹੁੰਦੀ ਹੈ। ਜੋ ਪਫ ਸਲੀਵ ਹੈ ਉਹ ਹਾਫ ਸਲੀਵ ਦੀ ਤਰ੍ਹਾਂ ਹੀ ਬਣਦੀ ਹੈ। ਪ੍ਰਿਆ ਮੈਮ ਥੋੜਾ ਦੇਖਣਾ ਕਿਹੜੇ ਬੱਚਿਆਂ ਨੇ ਅਨਮਿਊਟ ਕੀਤਾ ਹੋਇਆ, ਆਵਾਜ਼ ਡਿਸਟਰੈਕਟ ਹੋ ਰਿਹਾ ਮੇਰਾ ਟੌਪਿਕ। ਲੈਗ ਔਨ ਮਟਨ ਆਸਤੀਨ, ਠੀਕ ਹੈ। ਇਹ ਪਫ ਸਲੀਵ ਦਾ ਹੀ ਇੱਕ ਪ੍ਰਕਾਰ ਹੈ। ਇਹ ਜਿਸ ਦੇ ਉੱਪਰ ਤੋਂ ਪਫ ਆਸਤੀਨ ਦੀ ਤਰ੍ਹਾਂ ਹੁੰਦੀ ਹੈ, ਪਰ ਇਹ ਲੰਬਾਈ ਕੋਹਣੀ ਤੋਂ ਥੱਲੇ ਤੱਕ ਦੀ ਹੁੰਦੀ ਹੈ ਤੇ ਕੋਹਣੇ ਤੇ ਫਿੱਟ ਰਹਿੰਦੀ ਹੈ। ਤੁਸੀਂ ਇਸ ਤਰ੍ਹਾਂ ਪਿਕਚਰ 'ਚ ਦੇਖ ਰਹੇ ਹੋ ਕਿ ਇਹ ਪਫ ਆਸਤੀਨ ਦੀ ਤਰ੍ਹਾਂ ਹੈ, ਲੇਕਿਨ ਇਹ ਕੋਹਣੀ ਤੱਕ ਹੈ। ਠੀਕ ਹੈ, ਦੇਖੋ ਕੋਹਣੀ ਤੱਕ ਹੈ ਇਹਦੀ ਲੰਬਾਈ, ਕਿਉਂਕਿ ਮੈਂ ਪਿਕਚਰਸ ਤਾਂ ਦੇਣੀ ਹਾਂ ਤੁਹਾਨੂੰ, ਤੁਹਾਡੇ ਦਿਮਾਗ ਵਿੱਚ ਅੱਛੀ ਤਰ੍ਹਾਂ ਆ ਜਾਵੇ ਕਿ ਇਹ ਕਿਸ ਤਰ੍ਹਾਂ ਬਣਾਈ ਜਾਂਦੀ ਹੈ। ਠੀਕ ਹੈ, ਤੇ ਮੈਂ ਇਸ ਤੋਂ ਬਾਅਦ ਇਹਦੀ ਪੀਡੀਐਫ ਕਰ ਦਾਂਗੀ, ਕਿਉਂਕਿ ਪਿਛਲੇ ਕੱਲ ਮੈਂ ਤੁਹਾਨੂੰ ਪੀਪੀਟੀ ਕੀਤੀ ਸੀ, ਤੁਹਾਡੀ ਫੋਨ ਤੇ ਖੁੱਲ ਨਹੀਂ ਸੀ ਰਹੀ, ਤੁਹਾਨੂੰ ਪ੍ਰੋਬਲਮ ਆ ਰਹੀ ਸੀ। ਅੱਜ ਮੈਂ ਪੀਪੀਟੀ ਕਰ ਦਾਂਗੀ, ਪੀਡੀਐਫ ਕਰ ਦਾਂਗੇ। ਠੀਕ ਹੈ, ਪੀਡੀਐਫ ਮੇਰੇ ਖਿਆਲ 'ਚ ਹਰ ਇੱਕ ਦੇ ਫੋਨ 'ਚ ਖੁੱਲ ਜਾਂਦੀ ਹੈ। ਬੈਲ ਸਲੀਵ, ਬੈਲ ਸਲੀਵ ਜਿਵੇਂ ਕਿ ਇਹਦੇ ਨਾਂ ਤੋਂ ਪਤਾ ਹੈ, ਬੈਲ ਮਤਲਬ ਗੋਲ ਜੀ, ਤੁਸੀਂ ਘੰਟੀ ਦੇਖਦੇ ਹੋ, ਘੰਟੀ ਦੇ ਪ੍ਰਕਾਰ ਦੀ। ਠੀਕ ਹੈ, ਇਸ ਦੀ ਲੰਬਾਈ ਪਫ ਆਸਤੀਨ ਦੀ ਤਰ੍ਹਾਂ ਹੀ ਹੁੰਦੀ ਹੈ, ਪਰ इसका आकार घंटी की तरह होता है। गगन म्यूट करो प्लीज। पर आस्तीन की तरह ही होता है, पर इसका आकार घंटी की तरह है। ये थल्ले तो खुली बनती है। ठीक है, इसलिए इसनू बेल स्लीव्स कहा जाता है। पौनी आस्तीन, पौनी आस्तीन इन्होंने 3 क्वार्टर्स आस्तीन भी कहते हैं। 3 क्वार्टर्स आस्तीन का मतलब कि जिथे मेरा करसव है, इथों लंबाई लेके साडी नीचे वाली पौनी तो नीचे वाली बाजू के हाफ तक की जिहड़ी स्लीव हुंदी है उसनू पौनी आस्तीन कहा जाता है। यह आस्तीन औरतां दे ब्लाउज, कमीज़ां, कोटां ते लगाई जाती है। इसकी लंबाई पौनी तो थल्ले बांह तो 3/4 लंबाई हुंदी है, यानी कि 1/3 लेंथ
इसलिए इन्हू 3/4 कहते हैं। जिन्नी बाजू की टोटल लंबाई होगी तो ਉਹਦਾ तीसरा गुणा 3 गुणा, ठीक है। यानी कि एक 4 हिस्से कर लिए अगर ਅਸੀਂ कुल लंबाई ਦੇ, तो एक हिस्सा माइनस कर दो तो 3/4 स्लीव्स की लंबाई आ जाती है। इसकी लंबाई पौनी तो थल्ले ਅਤੇ बांह तो 3/4 लंबाई तक होती है। इसकी इसलिए इसनों पौनी आस्तीन कहा जाता है। यह बाजू तो खुली ਜਾਂ तंग दोहां तरह नाल बनाई जाती है। मर्जी अनुसार प्लेट पा के इसनों फिट कर लिया जाता है। थल्ले तो यह खुशी लिखा हुआ तो खुली है, खुली भी बनती है, स्पेलिंग मिस्टेक है उत्थे। पूरी आस्तीन जिवें कि पिक्चर च दिखाया गया है, पूरी आस्तीन तुसी कलाई तक भी बना सकते हो, कलाई तो थोड़ा जिहा उपर भी बना सकते हो। यह आस्तीन ज्यादातर सर्दियों में बनाई जाती है, सर्दियों के कपड़े ते लगाते हैं तकरीबन। इसनों सर्दियों च बनाने का कोई मतलब नहीं, क्योंकि खाने वाली चीज नहीं है, ठीक है। ये सर्दियों के कपड़े तुसी अपना थोड़ा ठीक कर लियो इत्थे तो सर्दियों दे विच बनाई जाती है। यानी कि सर्दियों के मौसम अनुसार जिस तरह कपड़ा मोटा पाते हैं तो पूरी आस्तीन च ठंड ना लगे, इसलिए फुल आस्तीन का ज्यादा प्रयोग किया जाता है। ते कई लोग इसनों जब जो मुस्लिम लोग होंगे हैं बुरका पाते ने तो उन्होंने स्लीव्स ही फुल आस्तीन दी बनाते हैं उत्थे भी, ठीक है। इसकी लंबाई कलाई तक होती है, कलाई तक पिठी बनती है। यह अग्यों कलाई कोलों सादी भी बनती है, कफ भी लगा सकते हैं। ज्यादा कमीजा ते कोटां नूं लगती है, मर्जी अनुसार ब्लाउजां ते भी लगाई जाती है। कमीजा आदि दीयां आस्तीनां कपड़ियां दे एक टुकड़े तो बनदियां हन, पर कोटां च आस्तीनां 2 टुकड़ियां दी बनदियां हन। एक उपरला भाग एक उपरला भाग ते दूसरा बांह तो थल्ले दा भाग। ਅਤੇ ਟੇਲਰ ਇਸ ਨੂੰ ਟੇਲਰਡ ਆਸਤੀਨ ਵੀ ਕਹਿੰਦੇ ਨੇ, ਕਿਉਂਕਿ ਜਦੋਂ ਟੇਲਰਸ ਬਣਾਉਂਦੇ ਨੇ ਕੋਟ ਦੇ ਵਿੱਚ, ਅਗਰ ਕੋਟ ਨੂੰ ਧਿਆਨ ਨਾਲ ਦੇਖੋ ਤਾਂ ਉਹ ਕੋਟ ਦੀ ਜਿਹੜੀ ਬਾਜ਼ੂ ਹੁੰਦੀ ਹੈ 2 ਹਿੱਸਿਆਂ 'ਚ ਬਣੀ ਹੋਈ ਹੁੰਦੀ ਹੈ, ਠੀਕ ਹੈ। ਲੇਕਿਨ ਜਦੋਂ ਅਸੀਂ ਬਣਾਉਂਦੇ ਹਾਂ ਲੇਡੀਜ਼ ਕਮੀਜ਼ਾਂ ਤੇ ਲਾਉਂਦੇ ਹਾਂ, ਬਲਾਊਜ਼ਾਂ ਤੇ ਲਗਾਉਂਦੇ ਹਾਂ, ਤੇ ਅਸੀਂ ਸਿੰਪਲ ਬਾਜ਼ੂ ਲਗਾਉਂਦੇ ਹਾਂ ਪੂਰੀ, ਜਿਸ ਤਰ੍ਹਾਂ ਪਿਕਚਰ 'ਚ ਦਿਖਾਇਆ ਗਿਆ ਹੈ, ठीक है। और ਜਿਹੜੇ ਚੋਗਾ ਪਾਉਂਦੇ ਹੈ ਸਾਧੂ ਸੰਤ ਹੁੰਦੇ ਆ, ਦਲਾਈ ਲਾਮਾਸ ਵਗੈਰਾ ਲਾਮਾਸ ਹੁੰਦੇ ਨੇ, ਉਹਨਾਂ ਦੇ ਡਰੈਸ ਦੇ ਉੱਤੇ ਵੀ ਇਸ ਤਰ੍ਹਾਂ ਦੀ ਲੱਗਦੀ ਹੈ। ਅੱਗੇ ਹੈ ਬਿਸ਼ਪ ਸਲੀਪ, ਠੀਕ ਹੈ। ਤੁਸੀਂ ਦੇਖਿਆ ਹੋਣਾ ਇਹ ਤਾਂ ਚੋਗਿਆਂ, ਲੰਮੇ ਚੋਗਿਆਂ ਤੇ ਪਾਇਆ ਜਾਂਦਾ ਹੈ, ਜ਼ਿਆਦਾਤਰ ਸਾਧੂ ਸੰਤਾਂ ਦੇ ਚੋਗਿਆਂ ਦੇ ਉੱਤੇ ਹੁੰਦੀ ਹੈ, ਜਾਂ यूरोपियन ड्रेसेस जो लड़कियां पाਉਂਦੀਆਂ ਨੇ ਉਹਨਾਂ ਦੇ ਉੱਤੇ भी ਇਹ जी बिशप स्लीप लगाई जाती है, ठीक है। यह पूरी आस्तीन है, पहलों पहल बिशप जो लंबे चोगियां ते पाते सन, यह उन्हां चोगियां ते लगाई जाती सी। इसके नाल ही इसका नाम बिशप स्लीप पै गया। अजकल यह कमीज नाइट सूटां ते लगाई जाती है। आम पूरी आस्तीन की तरह ही होंदी है, तरह इसकी लंबाई कलाई तक होंदी है, पर अंतर यह है कि यह फिट नहीं होंदी, क्योंकि जो फुल स्लीव सी असीं उसनूं ओरेब भी बना सकते हैं, टाइट फिटिंग का भी बना सकते हैं, लेकिन जो बिशप होंदी है वो नहीं होंदी, वो खुली होंदी है, ये फिट नहीं होंदी, पर सारी बांह तो खुली होंदी है ते चौड़ा पा के कलाई ते फिट करके इसते टेप या कफ लगाया जाता है, या इसनूं असीं डोरी पा के भी लगा सकते हैं। अगे जो कफ आउणगे ना उन्हें कफ दे विच यह कफ लगाना तुहानूं दस्सिया जाएगा, ठीक है बच्चों। अगर किसी को कोई प्रॉब्लम है नोटबुक के उत्ते नोट डाउन कर लियो कि तुसीं किहड़ा पॉइंट पूछना है, क्योंकि तुसीं तद नहीं पूछ पाते, तुसीं नोट नहीं किया हुंदा ते फिर वो क्वेश्चन रह जाता है। रेगुलर स्लीव इसका अजकल बहुत ही फैशन है। यह मर्जी अनुसार पौनी जो पूरी बनाई जाती है। साधारण आस्तीना तो इसका अंतर यह है कि इसकी मोढे की सिलाई नहीं होंदी, यह मोढे तक कट्टी जाती है, मोढे के विच ही पाया जाता है, ठीक है। जिहड़ी रेगुलर स्लीव्स हैगी है इसनूं मोढे तक इसदे विच कोई सिलाई नहीं हुंदी, ਇਹਦੀ ਕੱਪੜੇ ਦੇ ਵਿੱਚ ਹੀ ਇਹਦੀ ਜਦੋਂ ਕਟਿੰਗ ਹੁੰਦੀ ਹੈ ਕੱਪੜੇ ਦੇ ਵਿੱਚ ਹੀ ਕੱਟ ਕੇ ਇਸ ਨੂੰ ਇੱਥੇ ਤੋਂ ਗੋਲ ਕਰ ਦਿੱਤਾ ਜਾਂਦਾ, ਜਿਹੜਾ ਕਿ ਨੀਚੇ ਕਮਰ ਤੱਕ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ, ਇਸ ਲਈ ਇਸ ਨੂੰ ਰੈਗੂਲਰ ਸਲੀਵਸ ਕਿਹਾ ਜਾਂਦਾ ਹੈ। ਮੇਗਿਆ ਸਲੀਵ ਲੇਡੀਜ਼ ਟॉप ਬੱਚਿਆਂ ਦੇ ਕੱਪੜਿਆਂ ਤੇ ਬੱਚਿਆਂ ਦੇ ਝਬਲਿਆਂ ਦੇ ਉੱਤੇ ਇਹ ਬਹੁਤ ਹੀ ਸੋਹਣੀ ਲਗਾਈ ਜਾਂਦੀ ਹੈ ਤੇ ਬਹੁਤ ਹੀ ਸੋਹਣੀ ਲੱਗਦੀ ਹੈ। ਮੇਗਿਆ ਸਲੀਵ ਵਾਂਗ ਹੀ 2 ਆਸਤੀਨਾਂ ਕਮੀਨੋ स्लीव्स ਅਤੇ डालमन स्लीव्स ਹਨ। ਇਹਨਾਂ ਵਿੱਚ ਵੀ ਮੋਢੇ ਦੀ ਸਿਲਾਈ ਨਹੀਂ ਕੀਤੀ ਜਾਂਦੀ। ਇਸ ਦਾ ਵਧੇਰੇ ਪ੍ਰਯੋਗ ਜਾਪਾਨੀ ਗਾਊਨ ਜੈਕਟਸਾਂ ਲਈ ਕੀਤਾ ਜਾਂਦਾ ਹੈ।
कदे कदे आस्तीना उत्ते फ्लैप भी लगाई जाती है ते लेडीज कपड़े उत्ते भी लगाई जाती है। जो मेगिया स्लीव्स है ਤੇ ਬੱਚਿਆਂ ਦੇ ਝਵਲਿਆਂ ਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਜਾਂ ਜਿਹੜੀਆਂ ਲੜਕੀਆਂ ਟੌਪ ਪਹਿਨਦੀਆਂ ਹਨ ਉਹਨਾਂ ਦੇ ਉੱਤੇ ਵੀ, ਕਿਉਂਕਿ ਮੇਗੀਆ ਸਲੀਵ ਨਾ ਗਲੇ ਤੇ ਆ ਕੇ ਨਾਲ ਅਟੈਚ ਹੁੰਦੀ ਹੈ, ਇੱਥੇ ਅਟੈਚ ਨਹੀਂ ਹੁੰਦੀ, ਸਿਰਫ ਗਲੇ ਨਾਲ ਇੱਥੇ ਆ ਕੇ ਜਿਹੜੀ ਮੋਢੇ ਦੀ ਕਾਠ ਹੁੰਦੀ ਹੈ ਤਿਰਛੀ ਹੁੰਦੀ ਹੈ ਹਮੇਸ਼ਾ, ਉਹਦੇ ਨਾਲ ਹੀ ਅਟੈਚ ਹੁੰਦੀ ਹੈ ਮੇਗੀਆ ਸਲੀਵਸ। ਅੱਗੇ ਹੈ ਬਲਾਊਜ਼ ਦੀਆਂ ਭਿੰਨ ਭਿੰਨ ਆਸਤੀਨਾਂ, ਜਿਵੇਂ ਕਿ ਚਿੱਤਰ ਵਿੱਚ ਦਿਖਾਈਆਂ ਗਈਆਂ ਆਸਤੀਨਾਂ। प्लेन आस्तीन, ऊपर प्लीट वाली स्लीव्स, ऊपर चुंटा वाली स्लीव, पफ आस्तीन, बिना बावां दी आस्तीन। देखो तुसी इत्थे ब्लाउज दिखाए गए ने, शो किए गए ने, इत्थे पफ आस्तीन दिखाई गई है, इत्थे नीचे फ्रिल लगा के आस्तीन दिखाई गई है, यानी कि अलग अलग तरह के डिजाइन पा के आस्तीन। इत्थे इहदे विच देखो तुसी, अगर तुसी मैडम किसी ने एंटर किया, देखना चेक करना कौन है। ਜਿਹੜੀ ਤੁਸੀਂ ਇਹ ਵਾਲੀ ਬਾਜ਼ੂ ਦੇਖ ਰਹੇ ਹੋ ਕਿ ਪਫ ਹੈ ਉੱਪਰ, ਲੇਕਿਨ ਉਹਨਾਂ ਨੇ ਇਸ ਨੂੰ ਸੁੰਦਰ ਦਿਖਾਉਣ ਦੇ ਲਈ ਉੱਥੇ ਬਾਰਡਰਸ ਲਗਾਏ ਗਏ ਹਨ। ਇਸੇ ਤਰ੍ਹਾਂ ਹੀ ਤੁਸੀਂ ਅਗਰ ਨੀਚੇ ਵਾਲੀ ਪਿਕਚਰ 'ਚ ਦੇਖੋ ਤਾਂ ਪਲੀਟਸ ਨੇ, ਤੇ ਉਸ ਨੂੰ ਪਲੀਟਸ ਨੂੰ ਕੰਜੈਕਟ ਕੀਤਾ ਹੋਇਆ, ਉਸ ਨੂੰ ਬੰਨਿਆ ਹੋਇਆ ਹੈ ਫੀਤਾ ਲਗਾ ਕੇ, ਲੇਕਿਨ ਪਲੀਟਸ ਬਰਾਬਰ ਬਰਾਬਰ ਦੋਹਾਂ ਪਾਸੇ, ਉਹ ਮੋਢੇ ਵਾਲੀ ਸਾਈਡ ਵੀ ਪਾਏ ਹੋਏ ਨੇ ਤੇ ਨੀਚੇ ਵਾਲੀ ਸਾਈਡ ਵੀ ਪਾਏ ਹੋਏ। ਠੀਕ ਹੈ, ਉਸੇ तरह ही इधर भी उन्होंने कंट्रास्ट दिता होया, नीचे कंट्रास्ट है, ऊपर एम्ब्रॉयडरी दी हुई है, और दूसरे पासे मोढे दे ते पाइपिंग्स वगैरह लगा के कीते होए, पाइपिंग्स बनाई हुई ने सारियां, पाइपिंग्स दे नाल ही उन्होंने मोढा सजाया होया है। तुसी इत्थे भी देखो तो बाजू दा अलग तो डिजाइन दिखता है, इत्थे उन्होंने बीड्स ला के उसनु सजाया होया है। ठीक है, ऐसी तरह ही तुसी बिना बावां तो भी बना सकते हो, जदों तुसी बिना बाजू ते विदाउट स्लीव ब्लाउज बनाते हो ते ओदे विच मोढे दी लंबाई छोटी रखी जाती है, इस गल का ध्यान रखना है। विदाउट स्लीव जदों भी तुसी ड्रैस बनाते हो या तुसी ब्लाउज बनाते हो, उदों इस गल का ध्यान रखना है। ठीक है, ब्लाउज दे भिन्न भिन्न आस्तीना भिन्न स्लीव चित्र दिखाई गई इस प्रकार हैं। रेगुलर स्लीव्स देखो तुसी इहदे विच कितनियां सारियां स्लीव्स दिखाई गई ने। ठीक है, तुहाडी बुक विच भी है इस तरह, जे तुसी अपनी बुक नाल खोल के रखो, थानू याद आ जाएगा कि थाडी बुक दे विच सेम है सारा कुछ। ठीक है, रेगुलर स्लीव कफ वाली पूरी आस्तीन। ठीक है, 3/4 यानी पौनी आस्तीन सी ना, इत्थे पन्नी लिखा है ना, पौनी आस्तीन, 3/4 स्लीव मैं इसलिए लिखता सी, इत्थे पंजाबी विच ठीक नहीं सी आ रहा मेरे तो फिर मैं इत्थे 3 लिखता सीगा। ठीक है, 3 पीस वाली यानी पौनी जिन्हों कहने हैं, पन्नी लिखा है ना, पौनी है इत्थे। ते मेग्यार स्लीव्स और कफ वाली हाफ स्लीव्स। ठीक है, अगे साडे कोल आ गए कफ। कफ तो सबनों पता है, सारे ने देखा है, जेंट्स कुर्तियां ते शर्ट्स दे उत्ते बहुत सारे कफ लगते हैं। ठीक है, कफ दे डिफरेंट डिफरेंट टाइप दे डिजाइन्स ने, जिस तरह टर्न बैक कफ, फोल्डेड कफ। ठीक है, आ वाला कफ फोल्डेड कफ है, आ वाला कफ फोल्डेड कफ। ठीक है, बटन कफ जिथे बटन लगते हैं। ठीक है, शर्ट कफ, शर्ट नू लगाया जाता, देखो शर्ट नू लग्या होया कफ है, ये शर्ट कफ तुसी अपने फादर दी या ब्रदर दी शर्ट तुसी अगर देख सकते हो, उत्थे सानू कफ दिख जाएंगे। ठीक है, कई तरह के डिजाइन कफ ही आते हैं। ठीक है, टर्न कफ, टर्न कफ ये डबल करके लगा दिता जाता है, ये कफ चित्र दिखाए अनुसार आस्तीन की फिटिंग लिए बनाया जाता है, ये बिना प्लेट तो भी बनाया जा सकता है, जेकर एक पासा तो खुला रखना है काज करके बटन लगाए जा सकते हैं, नहीं तो हुक नाल बंद भी किया जा सकता। जो टर्न कफ है ये लेडीज शर्ट के उत्ते भी प्रयोग होता, तुसीं देखिया होना अपनी दादी वगैरह दे या जिहड़े बजुर्ग लेडीज होंदियां ने, वो कफ वाली कमीज पाते हैं, ते उत्थे भी ये टर्न कफ लगता है। इसलिए जदों भी सब दे कपड़े तुसीं प्रैस करते हो या करवाते हो या धोंदे हो, तो इस गल का ध्यान रखा करो। फोल्डेड कफ, फोल्डेड कफ चित्र विच दिखाए अनुसार कलाई तो आस्तीन दे वधेरे फिटिंग दे लई उस नूं फोल्ड करके बनाया जा सकता है। फोल्डेड दे नाल नाल बटन लूप्स उत्ते
होल लूप्स बना के बटन लगाए जा सकते हैं। ये बटन कफ दा रंग दा या कंट्रास्ट रंग दे भी लगाए जाते हैं। देखो तुसी अगर पिक्चर च देख रहे हो ਤਾਂ ਉੱਥੇ ਕਫ ਦੇ ਉੱਤੇ ਬਟਨਸ ਲੱਗੇ ਹੋਏ ਨੇ, ਠੀਕ ਹੈ। ਲੂਪ ਲਾ ਕੇ ਛੋਟੇ ਛੋਟੇ ਬਟਨਸ ਵੀ ਲਗਾ ਸਕਦੇ ਹਨ, ਫੈਂਸੀ ਵੀ। ਤੁਸੀਂ ਆਪਣੇ ਹੱਥ ਨਾਲ ਵੀ ਉਸ ਨੂੰ ਲੂਪਸ ਬਣਾ ਸਕਦੇ ਹੋ। ਫ੍ਰਿਲਡ ਕਫ, ਤੁਸੀਂ ਇਹ ਸਾਰੇ ਕਫ ਨਾ ਸੈਂਪਲ ਚ ਬਣਾਏ ਹੋਏ ਨੇ। ਫ੍ਰਿਲਡ ਕਫ, ਇਹ ਕਫ ਚਿੱਤਰ ਵਿੱਚ ਦਿਖਾਏ ਅਨੁਸਾਰ ਬਣਦੇ ਹਨ। ਅੱਜ ਕੱਲ ਬੱਚਿਆਂ ਦੀਆਂ ਫਰਾਕਾਂ ਅਤੇ ਲੜਕੀਆਂ ਦੀ ਕਮੀਜ਼ਾਂ ਤੇ ਬਣਾਏ ਜਾਂਦੇ ਹਨ। ਇਹਨਾਂ ਵਿੱਚ ਇਲਾਸਟਿਕ ਵੀ ਪਾ ਕੇ ਫਿੱਟ ਕੀਤਾ ਜਾਂਦਾ ਹੈ ਅਤੇ ਡੋਰੀ ਪਾ ਕੇ ਵੀ ਬਣਾਏ ਜਾ ਸਕਦੇ। ਤੁਸੀਂ ਸਭ ਨੇ ਸੈਂਪਲ ਫਾਈਲ ਦੇ ਉੱਤੇ ਅਸੀਂ ਬਹੁਤ ਹੀ ਪਿਆਰ ਨਾਲ ਪ੍ਰਿਆ ਮੈਮ ਨੇ ਮਿਹਨਤ ਕਰਕੇ ਸਾਡੇ ਤੋਂ ਇਹ ਸੈਂਪਲਸ ਬਣਵਾਏ ਸੀਗੇ, ਇਸ ਲਈ ਤੁਹਾਨੂੰ ਇਹ ਗੱਲ ਯਾਦ ਹੋਣੀ ਹੈ। ਬਟਨ ਕਫ, ਤੁਸੀਂ ਇਹ ਵੀ ਕੱਪ ਬਣਾਇਆ ਸੀਗਾ ਬਟਨ ਕੱਪ। ਇਹ ਜ਼ਿਆਦਾਤਰ ਜੋ ਸਪੋਰਟਸ ਵਾਲੀ ਡਰੈਸਿਸ ਹੁੰਦੀਆਂ ਨੇ ਜਾਂ ਡਾਕੀਆਂ ਪੋਸਟਮੈਨ ਦੀ ਡਰੈਸਿਸ ਹੁੰਦੀ ਹੈ, ਆਰਮੀ ਡਰੈਸਿਸ ਹੁੰਦੀ ਹੈ, ਉਹਨਾਂ ਦੀ ਡਰੈਸਿਸ ਤੇ ਇਹ ਕੱਪ ਬਹੁਤ ਲੱਗਿਆ ਹੁੰਦਾ ਹੈ। ਇਹ ਕੱਪ ਚਿੱਤਰ 'ਚ ਦਿਖਾਏ ਅਨੁਸਾਰ ਆਸਤੀਨ ਦੀ ਫਲੈਕਟ ਓਪਨਿੰਗ ਬਣਾ ਕੇ ਫਿਰ ਫਿੱਟ ਕੀਤਾ ਜਾਂਦਾ ਹੈ। ਇਸ ਵਿੱਚ ਇੱਛਾ ਅਨੁਸਾਰ ਬਾਉਂਡ ਕਾਰਜ ਬਣਾ ਕੇ ਬਟਨ ਵੀ ਲਗਾਏ ਜਾਂਦੇ ਹਨ, ठीक है। इसलिए इसनू बाउंड कफ भी और बटन कफ भी कहते हैं। शर्ट कफ, जिवें कि ना तो स्पष्ट है कमीज का, कमीज लिए ढुकवा है। चित्र विच दिखाए अनुसार आस्तीन के खुले भाग से दो टेपां नाल जिन्हां विच एक वधवी शर्ट कफ होवे ते फिर सी के फिर कफ लगाया जाता है। ਜਦੋਂ ਵੀ ਅਸੀਂ ਜੈਂਟਸ ਸ਼ਰਟ ਨੂੰ ਕਫ ਲਗਾਉਂਦੇ ਹਾਂ ਤਾਂ ਪਹਿਲਾਂ ਅਸੀਂ ਪਲੈਕਟ ਲਗਾਉਂਦੇ ਹਾਂ, ਯਾਨੀ ਆਹ ਵਾਲੀ ਚੀਜ਼ ਲਗਾਉਂਦੇ ਹਾਂ ਪਲੈਕਟ, ਠੀਕ ਹੈ। ਪਲੈਕਟ ਲਗਾਉਣ ਤੋਂ ਬਾਅਦ ਆਫਟਰ दैट ਅਸੀਂ ਇਹ ਕਫ ਅਪਲਾਈ ਕਰਦੇ ਹਾਂ, ਠੀਕ ਹੈ। ਇਸ ਲਈ ਇਸ ਨੂੰ ਸ਼ਰਟ ਕਫ ਕਿਹਾ ਜਾਂਦਾ ਹੈ। ਇਹ ਤੁਹਾਡੀ ਥਿਊਰੀਜ਼ ਹੈ, ਤੁਸੀਂ ਇਹ ਚੀਜ਼ ਬਣਾ ਚੁੱਕੇ ਹੋ ਪਹਿਲਾਂ, ਠੀਕ ਹੈ। ਇਸ ਲਈ ਤੁਹਾਡੇ ਲਈ ਇਹ ਰੈਪੀਟੇਸ਼ਨ ਹੈ। ਤੇ ਅਗਰ ਤੁਹਾਨੂੰ ਫਿਰ ਵੀ ਨਾ ਸਮਝ ਆਏ ਤਾਂ ਪਲੀਜ਼ ਆਨਸਰ ਕਰਿਆ ਕਰੋ। ਇਸ ਤਰ੍ਹਾਂ ਨਾ ਸ਼ਰਮਾਇਆ ਕਰੋ ਕਿ ਉਸਨੇ ਨਹੀਂ ਪੁੱਛਿਆ ਤਾਂ ਉਹਨੂੰ ਸਮਝ ਆ ਗਿਆ ਔਰ ਮੈਨੂੰ ਐਵੇਂ ਫੀਲ ਹੁੰਦਾ ਕਿ ਸਮਝ ਨਹੀਂ ਆਇਆ ਹੁੰਦਾ। ਤੁਸੀਂ ਦੇਖਾ ਦੇਖੀ ਸ਼ਰਮ ਮਹਿਸੂਸ ਕਰਦੇ ਹੋ। ਸ਼ਰਮ ਕਿਸ ਗੱਲ ਦੀ, ਜਦੋਂ ਆਪਾਂ ਸਿੱਖਣ ਲਈ ਆ ਹੀ ਗਏ ਆ ਤੇ ਫਿਰ ਉਹਦੇ ਸ਼ਰਮ ਤਾਂ ਆਣੀ ਨਹੀਂ ਚਾਹੀਦੀ ਉਸ ਗੱਲ ਦੀ, ਠੀਕ ਹੈ। ਐਕਚੁਅਲੀ ਮੈਂ ਕਾਲਰ ਕਾਲਰ ਜੇਬਾਂ ਤੇ ਆਸਤੀਨਾਂ ਦੀ ਅੰਗਰੇਜ਼ੀ ਦੇ ਸ਼ਬਦ ਦੀ ਵਿਆਖਿਆ ਕੀਤੀ ਹੈਗੀ। ਇਸ ਦਾ ਪੀਟਰ ਪੈਨ ਕਾਲਰ ਯਾਨੀ ਗੋਲ ਕਾਲਰ, ਬੱਚਿਆਂ ਦੇ ਵਸਤਰਾਂ ਤੇ ਪ੍ਰਯੋਗ ਕੀਤਾ ਜਾਣ ਵਾਲਾ ਗੋਲ ਕਾਲਰ ਨੂੰ ਪੀਟਰ ਪੈਨ ਕਾਲਰ ਕਹਿੰਦੇ ਨੇ, ਠੀਕ ਹੈ, ਜਿਹਨੂੰ ਬੇਬੀ ਕਾਲਰ ਵੀ ਕਹਿੰਦੇ ਨੇ। ਕੈਰੀਟਨ ਕਾਲਰ, ਇਹ ਗੋਲ ਅਤੇ ਨੁਕੀਲਾ ਕਾਲਰ ਬੱਚਿਆਂ ਦੇ ਵਸਤਰਾਂ ਤੇ ਗੋਲ ਗਲਿਆਂ ਤੇ ਲਗਾਇਆ ਜਾਣ ਵਾਲਾ ਗੋਲ ਪਰ ਅੱਗਿਓਂ ਨਕੀਲਾ ਕਾਰ ਹੁੰਦਾ ਹੈ, ਠੀਕ ਹੈ। ਸਕੁਅਰ ਨੈਕ ਰਿਵਰਸ ਕਾਲਰ, ਚੌਰਸ ਗਲੇ ਤੇ ਚਪਟੇ ਅਸਤਰ ਵਾਲਾ ਕਾਲਰ, ठीक है। स्कैल्प्ड कॉलर, कटाव वाला चपटा कॉलर। फ्लैट बैक हाई नेक कॉलर, ठीक है। यह नेक हाई नेक ते लगाया जाना, बैक तो उच्चा ते सामने तो चपटा हुंदा है। सारे कॉलर मैं थानू शुरू च कराए सी। बॉर्ड कॉलर, गिश्तीनुमा कॉलर, जो कॉलर वधेरे करके आयताकार गले ते लगाया जाता है। टर्ड कॉलर, झोलदार कॉलर, भाव झोलदार बच्चों के वस्त्रां ते प्रयोग किए जाने वाला पिनटैक्स पा के जदों किया जाता सी। स्ट्रेट कॉलर, ये सीधा कॉलर है, गले तो सीधा पर अगे नकीला कॉलर हुंदा है। स्टैंड कॉलर, क्योंकि सारी चीज़ां थोड़ी बुक विच दित्तियां होईयां ने, तुसीं इसनूं बहुत चंगी तरह देख सकते हो, ठीक है। जबट कॉलर, ये सजावटी कॉलर हैगा, जो बच्चों के कपड़े ते अगे फ्रिल बना के उपर टेप लगा के इसनूं डेकोरेटिव बटन दे नाल सजा सकते हैं। स्लीव्स, आस्तीन, स्लीव्स ਨੂੰ ਕਹਿੰਦੇ ਆਸਤੀਨ। ਪਫ ਸਲੀਵਸ ਯਾਨੀ ਪਫ ਵਾਲੀ ਫੁੱਲਵੀਂ ਆਸਤੀਨ ਬੱਚਿਆਂ ਦੀ ਫਰਾਕਾਂ ਤੇ ਲੇਡੀਜ਼ ਬਲਾਊਜ਼ਾਂ ਤੇ ਲਗਾਈ ਜਾਣ ਵਾਲੀ ਅੱਧੀ ਆਸਤੀਨ ਹੈ, ਜੋ ਕੰਧੇ ਤੇ ਬਾਹਾਂ ਤੋਂ ਚੋਣਾ ਪਾ ਕੇ ਚੋਣਾ ਪਾਈ ਜਾਣ ਕਰਕੇ ਖੁੱਲੀ ਔਰ ਫੁੱਲੀ ਰਹਿੰਦੀ ਹੈ। ਸ਼ਾਰਟ ਡਾਟ ਸਲੀਵਸ ਭਾਵ ਅੱਧੀ ਪਲੀਟਾਂ ਵਾਲੀ ਸਲੀਵਸ, ਇਸ ਨੂੰ ਕੋਣੀ ਤੋਂ ਕੁਝ ਉੱਤੇ ਤੱਕ ਹੁੰਦੀ ਹੈ, ਜਿਹੜੀ ਆਪਾਂ ਸਭ ਤੋਂ ਪਹਿਲਾਂ ਸਲੀਵਸ ਕਰੀ ਸੀਗੀ, ਯਾਨੀ ਕਿ ਮੋਢਿਆਂ ਦੇ ਉੱਤੇ ਅਸੀਂ ਡਾਟ ਪਾਈਆਂ ਸੀ ਜਾਂ ਪਲੀਟਸ ਪਾ ਕੇ ਇਸ ਨੂੰ ਸੈੱਟ ਕਰਦੇ ਹਾਂ। 3 ਕੁਆਟਰ ਪੌਣੀ ਆਸਤੀਨ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਆਸਤਨ ਪੌਣੀ ਤੋਂ ਥੋੜਾ ਜਿਹਾ ਥੱਲੇ ਅਤੇ ਬਾਂਹ ਦੇ 3/4 ਲੰਬਾਈ ਹੁੰਦੀ ਹੈ, ਇਸ ਲਈ ਇਸ ਨੂੰ 3 ਕੁਆਟਰ ਆਸਤੀਨ ਕਹਿਲਾਉਂਦੀ ਹੈ। ਫੁੱਲ ਸਲੀਵ यानी पूरी यह कलाई तक होंगी है। रेगुलर स्लीव यह कंधे तक कट्टी गई होंगी है। मोढे की सिलाई
जिस तरह ਆਪਾਂ ਮੋਢੇ ਦੀ ਸਿਲਾਈ ਆਂਦੀ ਹੈ ਨਾ ਗੋਲ, ਇਹਦੀ ਰੈਗੂਲਰ ਸਲੀਵ ਦੀ ਗੋਲ ਨਹੀਂ ਆਂਦੀ, ਸਿੱਧੀ ਹੀ ਇਹਦੀ ਸਿਲਾਈ ਹੁੰਦੀ ਹੈ। ਠੀਕ ਹੈ, ਕਿਉਂਕਿ ਉੱਪਰੋਂ ਵੀ ਸਿਲਾਈ ਨਹੀਂ ਹੁੰਦੀ, ਉਸ ਹਿੱਸੇ ਨੂੰ ਉੱਪਰ ਤੋਂ ਅਸੀਂ ਇਸ ਨੂੰ ਫੋਲਡਡ ਕੱਪੜਾ ਰੱਖਦੇ ਹਾਂ। ਇਹ ਪੌਣੀ ਜਾਂ ਪੂਰੀ ਲੰਬਾਈ ਤੱਕ ਦੀ ਬਣਾਈ ਜਾ ਸਕਦੀ ਹੈ। ਮੈਗੀਆ ਸਲੀਵ ਹੈ ਵਸਤਰਾਂ ਦੇ ਅਗਲੇ ਪਿਛਲੇ ਭਾਗ ਦੇ ਨਾਲ ਹੀ ਕੱਪੜੇ ਵੱਖਰੇ ਤੋਂ ਨਹੀਂ ਕੱਟੀ ਜਾਂਦੀ, ਇਹ ਕੱਪੜੇ ਦੇ ਵਿੱਚ ਹੀ ਕੱਟੀ ਜਾਂਦੀ ਹੈ, ਜਿਸ ਤਰ੍ਹਾਂ ਕਿ ਰੈਗਲਿੰਗ ਸਲੀਵਸ ਕੱਟੀ ਜਾਂਦੀ ਹੈ। ਬਿਸ਼ਪ ਸਲੀਵਸ ਇਹ ਚੋਗਾਨੁਮਾ ਕੱਪੜਿਆਂ ਤੇ ਲਗਾਈ ਜਾਣ ਵਾਲੀ ਆਸਤੀਨ ਹੈ, ਵਧੇਰੇ ਕਰਕੇ ਨਾਈਟ ਸੂਟ ਤੇ ਲਗਾਈ ਜਾਂਦੀ ਹੈ। ਡਾਲਮਨਸ ਆਸਤੀਨ ਇਹ ਤੁਰਕੀ ਨੁਮਾ ਆਸਤੀਨ ਇਹ ਖੁੱਲੀ ਬਾਹ ਹੈ। ਠੀਕ ਹੈ, ਕਿਮੀਨੋ ਤੁਹਾਨੂੰ ਮੈਂ ਕਿਮੀਨੋ ਵੀ ਦੱਸੀ ਸੀ ਪਹਿਲਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਪਿੱਛੇ ਕਰ ਚੁੱਕੇ ਹਾਂ। ਢਿੱਲੇ ਜਾਪਾਨੀ ਪਹਿਰਾਵੇ ਤੇ ਖੁੱਲੀ ਆਸਤੀਨ ਜੋ ਕਿ ਗਾਊਨ ਤੇ ਪ੍ਰਯੋਗ ਹੁੰਦੀ ਹੈ, ਇਸ ਵਿੱਚ ਮੋਢੇ ਦੀ ਸਿਲਾਈ ਨਹੀਂ ਹੁੰਦੀ। ਟਰਨ ਬੈਕ ਕਫ ਸਲੀਵਸ ਪੂਰੀ ਲੰਬਾਈ ਦੇ ਪਿੱਛੇ ਮੁੜੇ ਕਫਾਂ ਵਾਲੀ ਆਸਤੇ। ਠੀਕ ਹੈ, ਬਟਨ ਕਫ ਸਲੀਵ ਪੂਰੀ ਬਾਂਹ ਦੀ ਮੋਰੀ ਤੇ ਬਟਨ ਨਾਲ ਬੰਦ ਕੀਤੇ ਜਾਣ ਵਾਲੀ ਸਲੀਵ। ਪੈਚ ਪਾਕਟਸ पोशाक के ऊपर टांकी जाने वाली सिप्पी है, यानी कि जो पैच लगानी है, जो अप्लाई करना है, ਜਿਹੜੀ ਅਸੀਂ ਜਿਹਦੇ ਉੱਪਰ ਧਰਦੇ ਹਾਂ ਉਸਨੂੰ ਪੈਚ ਪਾਕਟ ਕਿਹਾ ਜਾਂਦਾ ਹੈ। ਇਹ ਜੇਬ ਕੱਪੜੇ ਦੇ ਵੱਖ-ਵੱਖ ਟੁਕੜੇ ਨੂੰ ਕੱਟ ਕੇ ਤਿਆਰ ਕਰਕੇ ਫਿਰ ਕਮੀਜ਼ ਬੁਰਸ਼ਟ ਤੇ ਵਸਤਰਾਂ ਤੇ ਟਿਕਾਈ ਜਾਂਦੀ ਹੈ। ਫਲੈਪ ਪਾਕਟ ਜਿਹਦੇ ਉੱਤੇ ਢੱਕਣ ਹੁੰਦਾ ਹੈ। ਫਲੈਪ ਪਾਕਟ ਉੱਪਰ ਚੁੱਕਣ ਵਾਲੀ ਜੇਬ ਹੈ। ਇਹ ਜੇਬ ਪੈਚ ਪਾਕਟ ਦੇ ਉੱਪਰ ਫਲੈਪ ਭਾਵ ਢੱਕਣ ਲਗਾ ਕੇ ਬਣਾਈ ਜਾਂਦੀ ਹੈ। ਜੈਟਡ ਪਾਕਟ ਇਹ ਕੱਟੀ ਹੋਈ ਜੇਬ ਹੈ, ਇਹ ਟਿਕ ਪਾਕਟ ਵੀ ਕਹਿੰਦੇ ਹਨ। ਠੀਕ ਹੈ, ਇਸ ਨੂੰ ਬਾਉਂਡ ਕਾਜ ਦੀ ਤਰ੍ਹਾਂ ਕੱਪੜੇ ਦੇ ਨਾਲ ਕੱਟ ਕੇ ਉੱਪਰ ਜਾਂ ਕੋਈ ਹੋਰ ਕੱਪੜਾ ਲਗਾ ਕੇ ਬਣਦੀ ਹੈ। ਅੰਦਰ ਥੈਲੀ ਜੋੜੀ ਜਾਂਦੀ ਹੈ, ਜਿਵੇਂ ਪੈਂਟ ਦੀ ਜੇਬ। ਪਾਈਪਿੰਗ ਜਿਹੜੀ ਜੈਟਡ ਜੇਬ ਬਣਾਉਣ ਦੇ ਸਮੇਂ ਪ੍ਰਯੋਗ ਹੁੰਦੀ ਹੈ। ਤੁਸੀਂ ਆਪਣੇ ਫਾਦਰ ਦੀ ਪੈਂਟ ਚੱਕ ਕੇ ਦੇਖਿਓ, ਉੱਥੇ ਸਾਰੀਆਂ ਜੇਬਸ ਲੱਗੀਆਂ ਹੁੰਦੀਆਂ ਹਨ, ਤੁਸੀਂ ਵੀ ਇਸ ਨੂੰ ਸੈਂਪਲ ਦੇ ਬਣਾਏ ਨੇ। ਠੀਕ ਹੈ, ਜੈਟਿੰਗ ਟਿਕਟ ਪਾਕਟ ਛੋਟੀ, ਅਗਰ ਪੈਂਟ ਦੇਖੋ ਨਾ ਤੁਸੀਂ ਜੈਂਟਸ ਦੀ ਤਾਂ ਉਹਨਾਂ ਦੇ ਵਿੱਚ ਛੋਟੀ ਜਿਹੀ ਇੱਕ ਪਾਕਟ ਲੱਗਦੀ ਹੈ, ਉਸਨੂੰ ਟਿਕਟ ਪਾਕਟ ਕਹਿੰਦੇ ਨੇ, ਉਹਨੂੰ ਚੋਰ ਜੇਬ ਵੀ ਕਹਿੰਦੇ ਨੇ ਪੰਜਾਬੀ ਚ। ਵਰਟੀਕਲ ਕੱਟ ਪਾਕਟ, ਠੀਕ ਹੈ, ਸਿੱਧੇ ਰੁੱਖ ਤੇ ਬਣੀ ਹੋਈ ਕੱਟੀ ਹੋਈ ਜੇਬ ਹੈ। ਇਹ ਹੌਰੀਜ਼ੌਂਟਲ ਲੇਟਵੀਂ ਰੇਖਾ ਜੇਬ ਅਥਵਾ ਲੇਟਵੇਂ ਰੁੱਖ ਤੇ ਬਣਾਈ ਜਾਂਦੀ ਹੈ। ਤੁਸੀਂ ਵਰਟੀਕਲ ਬਣਾਓ, ਜੈਟਿੰਗ ਬਣਾਓ, ਹੌਰੀਜ਼ੌਂਟਲ ਬਣਾਓ, ਚਾਹੇ ਰਾਉਂਡ ਸ਼ੇਪ ਦੀ ਬਣਾਓ, ਉਹ ਜੇਬ ਉਸੇ ਤਰ੍ਹਾਂ ਸ਼ੇਪ ਵੱਖਰੀ ਹੋ ਜਾਂਦੀ ਹੈ, ਲੇਕਿਨ ਬਣਾਉਣ ਦਾ ਤਰੀਕਾ ਸੇਮ ਹੈ ਸਭ ਦਾ। ਸਲੈਂਟਿੰਗ ਕੱਟ ਪਾਕਟ ਤਿਰਛੀ ਜਿਹਨੂੰ ਕਹਿੰਦੇ ਹਨ, ਤਿਰਛੀ ਜਾਂ ਟੇਢੇ ਰੁੱਖ ਵਿੱਚ ਢਲਵੀਂ ਬਣਦੀ ਹੋਈ ਜੇਬ। ਮਜ਼ਬੂਤੀ ਲਈ ਇਹ ਕੱਪੜੇ ਦੇ ਸਿਰੇ ਦੇ ਉੱਤੇ ਇਸ ਤਰ੍ਹਾਂ ਮਗਜੀ ਲਈ ਕੀਤੀ ਜਾਂਦੀ ਹੈ, ਯਾਨੀ ਕਿ ਇਸ ਨੂੰ ਜੋ ਸਲਾਂਟਿੰਗ ਪਾਕਟ ਹੁੰਦੀ ਹੈ ਇਹਦੇ ਉੱਤੇ ਪਾਈਪਿੰਗ ਲਗਾ ਕੇ ਪਹਿਲਾਂ ਅੰਦਰ ਮੋੜਿਆ ਜਾਂਦਾ ਹੈ, ਫਿਰ ਉਸ ਨੂੰ ਕੱਪੜਾ ਲਗਾਇਆ ਜਾਂਦਾ ਹੈ ਤੇ ਉਹਦੇ ਉੱਤੇ ਵਧੀਆ ਉਹਦੀ ਫਿਨਿਸ਼ਿੰਗ ਆਉਂਦੀ ਹੈ। ਫਿਰ ਵੈਲਟ ਕਿਸ ਨੂੰ ਕਹਿੰਦੇ ਹਨ, ਜਿਹੜੇ ਤੁਸੀਂ ਕੱਪੜਾ ਬੈਲਟ ਪਾਉਂਦੇ ਹੋ ਤੇ ਉਹਦੇ ਉੱਤੇ ਨਿੱਕੇ ਨਿੱਕੇ ਪਾਈਪਿੰਗਸ ਲੱਗਦੀਆਂ ਨੇ ਬੈਲਟ ਤੇ, ਜੈਂਟਸ ਪੈਂਟ ਤੇ। ਠੀਕ ਹੈ, ਸਟੇਟ ਕੈਨਵਸ ਦਾ ਛੋਟਾ ਜਿਹਾ ਟੁਕੜਾ ਜੋ ਪਾਕਟ ਦੇ ਸਥਾਨ ਤੇ ਮਜ਼ਬੂਤੀ ਨਾਲ ਅਕੜਾ ਕੇ ਰੱਖਣ ਲਈ ਪ੍ਰਯੋਗ ਕੀਤਾ ਜਾਂਦਾ ਹੈ। ਠੀਕ ਹੈ, ਜਦੋਂ ਅਸੀਂ ਪੈਂਟ ਦੀ ਬੈਲਟ ਲਗਾਉਂਦੇ ਹਾਂ ਤਾਂ ਉੱਥੇ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਠੀਕ ਹੈ, ਮਿਸ਼ਨ ਫਤਿਹ ਸੀ ਆਪਣਾ। ਫਿਰ ਮੈਂ ਆਪਣੇ ਆਈਡੀਜ਼ ਬਾਰੇ ਤੁਹਾਨੂੰ ਦੱਸਦੀ ਹਾਂ, ਤੁਸੀਂ ਸ਼ਾਇਦ ਬੋਰ ਵੀ ਹੋ ਗਏ ਕਿ ਮੈਡਮ ਹਮੇਸ਼ਾ ਦੱਸਦੇ ਨੇ, ਤੇ ਕਿਉਂਕਿ ਮੈਨੂੰ ਫੀਲ ਹੋਇਆ ਕਿ ਤੁਹਾਨੂੰ ਸ਼ਾਇਦ ਆਪਣੇ ਕੋਰਸ ਤੋਂ ਇਲਾਵਾ ਹੋਰ ਕੋਰਸਾਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੈ, ਇਸ ਲਈ ਮੈਂ ਸਲਾਈਡਸ ਲਗਾਉਂਦੀ ਹਾਂ ਤਾਂ ਕਿ ਤੁਹਾਨੂੰ ਯਾਦ ਹੋ ਜੇ, ਕਿਉਂਕਿ ਇਸ ਤੋਂ ਬਾਅਦ ਆਪਣਾ ਐਡਮਿਸ਼ਨ ਪ੍ਰੋਸੈਸ ਵੀ ਸ਼ੁਰੂ ਹੋ ਜਾਣਾ ਹੈ। ਠੀਕ ਹੈ, ਮੈਂ ਚਾਹੁੰਦੀ ਹਾਂ ਕਿ ਜੇ ਤੁਹਾਡੇ ਕੋਈ ਨੇੜੇ ਤੇੜੇ ਬੱਚੇ ਹੈ ਤਾਂ ਪ੍ਰਮਾਤਮਾ ਕਰੇ ਕਰੋਨਾ ਮਹਾਮਾਰੀ ਖਤਮ ਹੋ ਜਾਵੇ ਜਲਦੀ, ਤਾਂ ਉਹ ਬੱਚੇ ਨੂੰ ਐਡਮਿਸ਼ਨਸ ਲੈ ਸਕਣ। ਅਗਰ ਕਿਸੇ ਦਾ ਕੋਈ ਕੁਐਸਚਨਸ ਹੈ ਪਲੀਜ਼ ਉਹ ਕੁਐਸਚਨਸ ਜ਼ਰੂਰ ਅਰੇਜ਼ ਕਰੋ ਕਿ ਅਗਰ ਕੋਈ ਪੁੱਛਣ ਵਾਲਾ ਹੈ। ਮੈਮ ਐਡਮਿਸ਼ਨਸ ਮੈਮ ਹੋ ਰਹੀ ਹੈ? ਹਾਂ, ਐਡਮਿਸ਼ਨਸ ਹੁਣ ਓਪਨ ਹੋ ਜਾਣਗੇ ਨਾ ਬੇਟਾ ਮਈ ਚ। ਓਕੇ ਓਕੇ ਮੈਮ, ਕਾਲਜ ਚ ਆ ਕੇ ਕਰਨੀ ਪੈਣੀ ਨਾ ਐਡਮਿਸ਼ਨ? ਨਾ ਮਤਲਬ ਕਿ ਆਨਲਾਈਨ ਵੀ ਕਰ ਸਕਦੇ ਹੋ ਤੁਸੀਂ। ਓਕੇ ਮੈਮ, ਓਕੇ। ਗਗਨ ਤੁਸੀਂ ਹੈਂਡ ਰੇਜ਼ ਕੀਤਾ ਕੁਝ?
ਇਸ ਕਰਕੇ। हाँ जी बेटा तानी बोलो। मैम नहीं मैं इतना पूछा सीगा जो हेलो हाँ गगन। जी गगन बोलो। हार्चलर ਜਿਹੜੀ ਮਸ਼ੀਨ ਹੈ ਬਿਨਾਂ ਬਾਜੂ ਤੋਂ ਮੈਂ ਮੁੱਦੀ ਰੁਪਿਆ और बाजू ਦੀ एक काट मिनट के गगन तेरी आवाज क्लियर आवाज नहीं नहीं आ आ रही। रही। हाँ। हेलो गगन तुसी व्हाट्सएप हाँ जी ते व्हाट्सएप ते पूछो मैसेज, थोड़ी आवाज क्लियर नहीं आ रही। व्हाट्सएप ते मैसेज कर दो। ਹੋਰ ਕਿਸੇ ਬੱਚੇ ਦਾ ਹੋਵੇ। ਹੈਲੋ ਮੈਮ ਮੈਮ ਇੱਕ ਨਾ ਸਲੀਵ ਸੀਗੀ ਉਹ ਜਿਹੜੀ ਤੁਸੀਂ ਕਿਹਾ ਤਾਂ ਉਹਦੇ ਮੋਢੇ ਨਹੀਂ ਕੱਟ ਹੁੰਦੇ, ਉਹ ਕਿਹੜੀ ਸੀਗੀ? ਰੈਗੂਲਰ ਸਲੀਵ ਹੈ ਔਰ ਉਹਦੇ ਨਾਲ ਹੀ ਕਮੇਰੀਆ ਸਲੀਵ ਹੈ, ਦੋ ਸਲੀਵਸ ਹੈ ਇਹ। ਮੈਮ ਜਿਹੜੀ ਤੁਸੀਂ ਕਿਹਾ ਉਹਦੇ ਮਤਲਬ ਕਿ ਬਾਜੂ ਨਹੀਂ ਕੱਟ ਹੁੰਦੀ ਉਹ ਸਿੱਧੀ, ਉਹ ਮੈਮ ਉਹ ਕਿੱਦਾਂ ਲੱਗਦੀ ਹੈ? ਲੱਗਦੀ ਨਹੀਂ ਹੈਗੀ, ਉਹਦੇ ਕੱਪੜੇ ਦੇ ਵਿੱਚ ਹੀ ਰੱਖੀ ਜਾਂਦੀ ਹੈ ਉਹ। ਓਕੇ ਓਕੇ ਮੈਮ ਹਾਂ ਓਕੇ। ਕੱਪੜੇ ਦੀ ਕਟਿੰਗ ਵੇਲੇ ਉਹਦੇ ਵਿੱਚ ਹੀ ਰੱਖੀ ਜਾਂਦੀ ਹੈ। ਮੈਂ ਤੁਹਾਨੂੰ ਉਹਦਾ ਸੈਂਪਲ ਦੀ ਕਟਿੰਗ ਕਰਕੇ ਦਿਖਾਵਾਂਗੀ। ਔਰ ਸਾਰੇ ਬੱਚੇ ਪਲੀਜ਼ ਬਰਾਊਨ ਪੇਪਰ ਪਰਚੇਜ਼ ਕਰ ਲਓ, ਕਿਉਂਕਿ ਆਪਾਂ ਆਨਲਾਈਨ ਜਦੋਂ ਕੰਮ ਕਰਾਂਗੇ ਕੱਪੜਾ ਥੋੜਾ ਖਰਾਬ ਕਰ ਸਕਦੇ ਹਾਂ। ਪੇਪਰ ਖਰਾਬ ਹੋ ਜਾਏ, 10 ਰੁਪਏ ਦਾ ਪੇਪਰ ਆ 5 ਰੁਪਏ ਦਾ ਨੁਕਸਾਨ ਝੱਲ ਸਕਦੇ ਹਾਂ, ਹਾਂ ਲੇਕਿਨ ਕੱਪੜਾ ਨਹੀਂ ਆਪਾਂ ਹਾਂਜੀ ਖਰਾਬ। ਮੈਮ ਇਸ ਲਈ ਬਰਾਊਨ ਪੇਪਰ ਪਲੀਜ਼ ਲੈ ਲਓ। ਤੇ ਅਖਬਾਰ ਤੇ ਕੱਟੋਗੇ ਨਾ ਤੁਹਾਨੂੰ ਦਿਖੇਗਾ ਹੀ ਨਹੀਂ, ਡਰਾਫਟਿੰਗ ਨਹੀਂ ਦਿਖੇਗੀ। ਓਕੇ ਮੈਮ। ਹਾਂਜੀ ਚਲੋ ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੂੰ ਅੱਛੀ ਤਰ੍ਹਾਂ ਸਮਝ ਆ ਗਿਆ ਹੋਏਗਾ ਇਹ। ਠੀਕ ਹੈ, ਥੈਂਕ ਯੂ ਸੋ ਮਚ, ਟੇਕ केयर। और अपने आप प्लीज वीडियो ऑन करो, ਅਸੀਂ स्क्रीनशॉट ले लिए। मेरी वीडियो नहीं ऑन है, मेरी वीडियो क्यों नहीं ऑन है? ਮੈਮ ਤੁਸੀਂ ਆਪ ਤਾਂ ਮਿਊਟ ਕੀਤਾ ਹੀ ਨਹੀਂ ਮੈਂ ਮੈਨੂੰ ਪਤਾ ਹੀ ਨਹੀਂ ਸੀਗਾ, ਮੈਂ ਸਕਰੀਨ ਸ਼ੇਅਰ ਕਰ ਰਹੀ ਸੀ ਨਾ, ਮੈਨੂੰ ਪਤਾ ਨਹੀਂ ਲੱਗਿਆ ਕਿ ਮੇਰੀ ਵੀਡੀਓ ਔਨ ਨਹੀਂ ਹੈ, ਤੇ ਮੈਂ ਤਾਂ ਵੀਡੀਓ ਔਨ ਰੱਖਦੀ ਹਾਂ। जी गगनदीप अपनी वीडियो ऑन करो भाई। राम